ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। 21ਵੇਂ ਭਾਗ ਵਿੱਚ ਸੁਣੋ ਪੁੱਤਰ ਦੀ ਭਾਲ ਅਤੇ ਸਿਰਨਾਮੀਏ ਹੋਣ ਦੀ ਸਜ਼ਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤਰ ਦੀ ਭਾਲ ਸੰਨ 2003-04 ਦੀ ਗੱਲ ਹੈ, ਜਦੋਂ ਲੁਧਿਆਣੇ ਕਚਹਿਰੀਆਂ ਵਿੱਚ ਮੇਰੇ ਉੱਤੇ 7-8 ਮੁਕੱਦਮੇ ਚੱਲ ਰਹੇ ਸਨ। ਤਕਰੀਬਨ ਹਫ਼ਤੇ ਵਿੱਚ 2 ਵਾਰ ਲੁਧਿਆਣੇ ਪੇਸ਼ੀ ਹੁੰਦੀ ਸੀ। ਸਾਡੇ ਉੱਪਰ ਖਾਸ ਪਹਿਰੇਦਾਰੀ ਹੁੰਦੀ ਸੀ। ਸਾਨੂੰ ਕਚਹਿਰੀ ਦੇ ਬਾਹਰ ਦਰਖਤਾਂ ਥੱਲੇ ਬਿਠਾਈ ਰੱਖਦੇ ਸਨ। ਤਾਰੀਖ 'ਤੇ ਕਾਫੀ ਲੋਕ ਸਾਨੂੰ ਮਿਲਣ ਵਾਲੇ ਆ ਜਾਂਦੇ ਸਨ। ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਵੀ ਹੋ ਜਾਂਦਾ ਸੀ। ਇੱਕ ਦਿਨ ਸ਼ਾਮ ਨੂੰ ਮੁੜਦੇ ਵਕਤ ਇੱਕ ਬਜ਼ੁਰਗ ਬੀਬੀ ਸਾਡੇ ਕੋਲ ਆਈ ਅਤੇ ਪੁੱਛਣ ਲੱਗੀ ਕਿ ਤੁਸੀਂ ਕੌਣ ਹੋ। ਕਿਸੇ ਨੇ ਦੱਸਿਆ ਕਿ ਇਹ ਨਾਭੇ ਜੇਲ੍ਹ ਤੋਂ ਸਿੰਘ ਆਏ ਹਨ। ਉਹ ਬੜੀ ਸ਼ਰਧਾ ਵਿੱਚ ਅਤੇ ਗੰਭੀਰ ਹੋ ਕੇ ਖੜੀ ਰਹੀ ਅਤੇ ਲਗਾਤਾਰ ਸਾਡੇ ਵੱਲ ਤੱਕਦੀ ਰਹੀ। ਆਉਣ ਲੱਗੇ ਮੈਂ ਹੱਥ ਜੋੜ ਕੇ ਫਤਿਹ ਬੁਲਾਈ ਤਾਂ ਉਸਨੇ ਫਤਿਹ ਦਾ ਜਵਾਬ ਦਿੱਤਾ ਅਤੇ ਮੇਰੇ ਮੋਢੇ ਉੱਤੇ ਪਿਆਰ ਨਾਲ ਹੱਥ ਫੇਰਿਆ। ਜੇਲ੍ਹ ਵੱਲ ਜਾਂਦਿਆਂ ਰਾਹ ਵਿੱਚ ਮੈਨੂੰ ਉਹਦਾ ਉਦਾਸ ਚਿਹਰਾ ਅਤੇ ਮੂੰਹ ਵਿੱਚ ਉਡੀਕਦੀਆਂ ਅੱਖਾਂ ਵਾਰ-ਵਾਰ ਯਾਦ ਆਉਂਦੀਆਂ ਰਹੀਆਂ। ਅਗਲੇ ਹਫ਼ਤੇ ਜਦੋਂ ਅਸੀਂ ਪੇਸ਼ੀ ਉੱਤੇ ਆਏ ਤਾਂ ਉਹ ਮਾਤਾ ਪਹਿਲਾਂ ਵਾਲੀ ਥਾਂ ਉੱਤੇ ਖੜੀ ਸਾਨੂੰ ਉਡੀਕ ਰਹੀ ਸੀ। ਉਹਦਾ ਮਧਰਾ ਕੱਦ, ਪੱਕਾ ਰੰਗ, ਟੁੱਟੇ ਹੋਏ ਦੰਦ, ਝੁਰੜੀਆਂ ਨਾਲ ਭਰਿਆ ਚਿਹਰਾ ਤੇ ਦੂਰ ਤੱਕ ਦੀਆਂ ਡੂੰਘੀਆਂ ਅੱਖਾਂ ਉਸ ਬਾਰੇ ਇੱਕ ਉਦਾਸ ਅਤੇ ਗੰਭੀਰ ਪ੍ਰਭਾਵ ਪਾ ਰਹੀਆਂ ਸਨ। ਜਦੋਂ ਨੇੜੇ ਆਏ ਤਾਂ ਉਹ ਬਹੁਤ ਪਿਆਰ ਨਾਲ ਮਿਲੀ। ਉਹਨੇ ਮੇਰੀਆਂ ਬਾਹਾਂ ਅਤੇ ਸਰੀਰ ਨੂੰ ਚੰਗੀ ਤਰ੍ਹਾਂ ਘੁੱਟ ਕੇ ਦੇਖਿਆ ਅਤੇ ਅੱਖਾਂ ਵਿੱਚ ਅੱਥਰੂ ਵਗ ਪਏ। ਤੁਸੀਂ ਗੁਰੂ ਦੇ ਸਿੰਘ ਹੋ, ਉਹਨੇ ਸਿਸਕਦਿਆਂ ਕਿਹਾ। ਮੈਂ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਉਹਦਾ ਹਾਵ ਭਾਵ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਪੁੱਛ ਰਹੀ ਹੈ ਜਾਂ ਦੱਸ ਰਹੀ ਹੈ। ਉਹ ਫਿਰ ਬੋਲੀ, ਤੁਸੀਂ ਸਾਰੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਹੀ ਹੋ। ਉਹ ਵੀ ਤਾਂ ਇਹੋ ਕਹਿੰਦਾ ਸੀ ਜਦੋਂ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕ ਕੇ ਆਇਆ ਸੀ। ਹੁਣ ਮੈਨੂੰ ਅਹਿਸਾਸ ਹੋਇਆ ਕਿ ਇਹ ਪੰਥ ਦੇ ਸਾਂਝੇ ਦਰਦ ਨੂੰ ਸੰਬੋਧਨ ਹੋ ਰਹੀ ਹੈ ਤੇ ਇਹ ਇੱਕ ਮਾਂ ਹੈ ਜਿਸ ਦਾ ਪੁੱਤਰ ਸਿੰਘਾਂ ਨਾਲ ਰਲ ਗਿਆ ਹੋਵੇਗਾ। ਉਹ ਮਾਇਕ ਪੱਖੋਂ ਬਹੁਤ ਗਰੀਬ ਸੀ ਤੇ ਆਪਣਾ ਗੁਜ਼ਾਰਾ ਪਿੰਡ ਵਿੱਚ ਕਿਸੇ ਜ਼ਿਮੀਂਦਾਰ ਦੇ ਘਰ ਕੰਮ ਕਰਕੇ ਕਰਦੀ ਸੀ। ਉਹਦਾ ਘਰ ਵਾਲਾ ਮਿਸਤਰੀ ਦਾ ਕੰਮ ਕਰਦਾ ਸੀ, ਪਰ ਹੁਣ ਨਿਗਾਹ ਘੱਟ ਜਾਣ ਕਰਕੇ ਕਈ ਸਾਲਾਂ ਤੋਂ ਅਪਾਹਜ ਹੀ ਸੀ। ਉਸ ਨੂੰ ਵੀ ਇਹ ਮਾਤਾ ਦਾ ਹੀ ਆਸਰਾ ਸੀ। ਉਹ ਮੁੱਲਾਂਪੁਰ ਅਤੇ ਜਗਰਾਓਂ ਦੇ ਦਰਮਿਆਨ ਕਿਸੇ ਪਿੰਡ ਦੀ ਵਸਨੀਕ ਸੀ। ਜਿਸ ਦਿਨ ਉਹ ਸਾਨੂੰ ਪਹਿਲੀ ਵਾਰ ਮਿਲੀ ਸੀ, ਉਸ ਦਿਨ ਪਿੰਡ ਦੀ ਪੰਚਾਇਤ ਨਾਲ ਕਚਹਿਰੀ ਆਈ ਸੀ। ਸਾਡੇ ਜਾਣ ਤੋਂ ਬਾਅਦ ਉਸਨੇ ਉੱਥੋਂ ਸਾਡੀ ਅਗਲੀ ਤਰੀਕ ਬਾਰੇ ਪਤਾ ਕੀਤਾ ਤੇ ਅੱਜ ਉਹ ਬੱਸ ਚੜ੍ਹ ਕੇ ਆਈ ਸੀ। ਉਹਨੂੰ ਸ਼ਹਿਰ ਬਾਰੇ ਕੁਝ ਪਤਾ ਨਹੀਂ ਸੀ, ਬਸ ਭਾਰਤ ਨਗਰ ਚੌਂਕ ਅਤੇ ਕਚਹਿਰੀਆਂ ਬਾਰੇ ਹੀ ਜਾਣਦੀ ਸੀ। ਉਸਨੇ ਪੁੱਛਿਆ ਕਿ ਅਸੀਂ ਕਦੋਂ ਤੋਂ ਜੇਲ੍ਹ ਵਿੱਚ ਬੰਦ ਹਾਂ ਅਤੇ ਉੱਥੇ ਕਿੰਨੇ ਕੁ ਸਿੰਘ ਹੋਰ ਹਨ, ਕਦੋਂ ਬਾਹਰ ਆਉਣਗੇ। ਫਿਰ ਉਹਨੇ ਆਪਣੇ ਬਾਰੇ ਦੱਸਿਆ ਕਿ ਉਹਦਾ ਇਕਲੌਤਾ ਮੁੰਡਾ 1993 ਤੋਂ ਨਹੀਂ ਲੱਭ ਰਿਹਾ, ਕਿਤੇ ਉਹ ਕਿਸੇ ਜੇਲ੍ਹ ਵਿੱਚ ਤਾਂ ਨਹੀਂ ਹੋਵੇਗਾ। ਮੈਂ ਪ੍ਰਸ਼ਾਦਾ ਛਕਦਿਆਂ ਉਹਨੂੰ ਦੱਸਿਆ, ਬਿਨਾਂ ਕੋਈ ਮੁਕੱਦਮੇ ਪਾਏ ਜੇਲ੍ਹ ਵਿੱਚ ਇਸ ਤਰ੍ਹਾਂ ਇੰਨਾ ਚਿਰ ਨਹੀਂ ਰੱਖਦੇ ਹੁੰਦੇ। ਮੁਕੱਦਮਾ ਪਾ ਕੇ ਘਰ ਵਾਲਿਆਂ ਨੂੰ ਪੈਰਵਾਈ ਕਰਨ ਲਈ ਸੁਨੇਹਾ ਭੇਜਿਆ ਜਾਂਦਾ ਹੈ। ਉਸ ਵੇਲੇ ਤੱਕ ਤਾਂ ਕਈ ਸਿੱਖ ਵਿਦਵਾਨਾਂ ਅਤੇ ਆਗੂਆਂ ਨੇ ਇਸ ਤਰ੍ਹਾਂ ਦੀ ਗੱਲ ਚਲਾ ਰੱਖੀ ਸੀ ਕਿ ਸਾਰੇ ਭਾਰਤ ਦੀਆਂ ਜੇਲ੍ਹਾਂ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਬਿਨਾਂ ਮੁਕੱਦਮਿਆਂ ਤੋਂ ਜੇਲ੍ਹਾਂ ਵਿੱਚ ਬੰਦ ਰੱਖੇ ਹੋਏ ਹਨ। ਸ਼ਾਇਦ ਇਸ ਗੱਲ ਦਾ ਹੀ ਅਸਰ ਸੀ ਕਿ ਉਹ ਆਪਣੇ ਪੁੱਤ ਦੇ ਕਿਸੇ ਜੇਲ੍ਹ ਵਿੱਚ ਬਿਨਾਂ ਮੁਕੱਦਮੇ ਬੰਦ ਹੋਣ ਦੀ ਉਮੀਦ ਕਰ ਰਹੀ ਸੀ। ਮਾਤਾ ਨੇ ਆਪਣੇ ਪੁੱਤ ਦਾ ਛੋਟਾ ਨਾਂ ਹੈਪੀ ਦੱਸਿਆ ਸੀ। ਉਸ ਦਿਨ ਮੈਂ ਉਸ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ, ਉਹਦਾ ਬੇਟਾ ਕਿਸੇ ਜੇਲ੍ਹ ਵਿੱਚ ਨਹੀਂ ਹੋ ਸਕਦਾ। ਇਹ ਗੱਲ ਸੁਣ ਕੇ ਉਹ ਉਦਾਸ ਹੋ ਗਈ। ਉਸਨੇ ਦੱਸਿਆ ਕਿ ਇਹ ਬੇਟਾ ਉਹਨੇ ਨਾਨਕਸਰ ਤੋਂ ਮੰਗ ਕੇ ਲਿਆ ਸੀ, ਜੋ ਵਿਆਹ ਤੋਂ 12 ਸਾਲ ਬਾਅਦ ਹੋਇਆ ਸੀ। ਉਹ ਗੁਲਾਬ ਦੇ ਫੁੱਲ ਦੀ ਡੋਡੀ ਨਾਲ ਮੱਥਾ ਟੇਕਦੀ ਸੀ ਤਾਂ ਗੁਰੂ ਨੇ ਉਹਨੂੰ ਉਹੋ ਜਿਹਾ ਬੇਟਾ ਦਿੱਤਾ ਸੀ। ਗੁਰਬਤ ਵਿੱਚ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਦੋਵਾਂ ਤੀਵੀਂ ਆਦਮੀ ਨੇ ਪੁੱਤ ਨੂੰ ਚੜ੍ਹਦੀ ਉਮਰ ਤੱਕ ਬਹੁਤ ਲਾਡ ਨਾਲ ਪਾਲਿਆ ਪਲੋਸਿਆ। ਉਹ ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ, ਮਿਹਨਤੀ ਅਤੇ ਇਮਾਨਦਾਰ ਵੀ ਸੀ। ਪਿੰਡ ਦੀ ਸੰਗਤ ਨਾਲ ਉਹ ਹਰ ਸਾਲ ਹਜ਼ੂਰ ਸਾਹਿਬ ਜਾਂਦਾ ਸੀ ਅਤੇ ਉੱਥੋਂ ਅੰਮ੍ਰਿਤਪਾਨ ਕਰਕੇ ਸਿੰਘ ਸੱਜ ਗਿਆ। ਉਹ ਸੰਤ ਭਿੰਡਰਾਂ ਵਾਲਿਆਂ ਦੀਆਂ ਬਹੁਤ ਗੱਲਾਂ ਸੁਣਾਉਂਦਾ ਹੁੰਦਾ ਸੀ। ਸਿੰਘ ਸੱਜਣ ਤੋਂ ਬਾਅਦ ਉਹ ਬਹੁਤ ਨਿਡਰ, ਬੇਬਾਕ ਅਤੇ ਉਤਸ਼ਾਹੀ ਹੋ ਗਿਆ ਸੀ। ਉਹ ਨਿਤਨੇਮ ਤੋਂ ਬਿਨਾਂ 5 ਗ੍ਰੰਥੀ ਤੋਂ ਵੀ ਪਾਠ ਕਰਦਾ ਸੀ। ਉਹਦੇ ਚਿਹਰੇ 'ਤੇ ਲਾਲੀ ਆ ਗਈ ਸੀ।
ਉਹ ਕੇਸਰੀ ਦਸਤਾਰ ਸਜਾਉਣ ਲੱਗ ਪਿਆ ਸੀ। ਬੀਬੀ ਨੇ ਸਾਫ਼ ਕਿਹਾ, ਉਹਦਾ ਕਿਸੇ ਖਾੜਕੂ ਸਿੰਘ ਨਾਲ ਕੋਈ ਸਬੰਧ ਨਹੀਂ ਸੀ। ਉਹ ਸਾਰਾ ਦਿਨ ਮੇਰੀ ਨਿਗਾਹ ਥੱਲੇ ਹੀ ਰਹਿੰਦਾ ਸੀ। ਹਾਲੇ ਉਹਦੀ ਉਮਰ 17-18 ਸਾਲ ਦੀ ਹੋਵੇਗੀ। ਜਿਹੜੇ ਜ਼ਿਮੀਂਦਾਰਾਂ ਦੇ ਮੈਂ ਕੰਮ ਕਰਦੀ ਸੀ, ਉਹ ਵੀ ਉੱਥੇ ਮੇਰੇ ਨਾਲ ਕੰਮ ਕਰਾਉਣ ਚਲਿਆ ਜਾਂਦਾ ਸੀ। ਰਾਤ ਨੂੰ ਇੱਕ ਦਿਨ ਉਹ ਜ਼ਿਮੀਂਦਾਰਾਂ ਦੇ ਮੁੰਡੇ ਨਾਲ ਟਰੈਕਟਰ ਉੱਤੇ ਕਿਸੇ ਨੂੰ ਕਿਤੇ ਛੱਡਣ ਗਏ। ਉਹਨੂੰ ਨਹੀਂ ਪਤਾ ਸੀ ਕਿ ਕਿਸ ਨੂੰ ਛੱਡ ਕੇ ਆਏ ਹਨ। ਬਾਅਦ ਵਿੱਚ ਪਤਾ ਲੱਗਿਆ ਉਹ ਖਾੜਕੂ ਕੁਲਦੀਪ ਸਿੰਘ ਸ਼ੇਖੂਪੁਰਾ KLF ਦੇ ਜਥੇ ਦਾ ਸਿੰਘ ਸੀ। ਕੁਝ ਦਿਨ ਬਾਅਦ ਪੁਲਿਸ ਦੀਆਂ ਧਾੜਾਂ ਨੇ ਸਾਰੇ ਪਿੰਡ ਨੂੰ ਘੇਰ ਲਿਆ। ਉਸ ਜ਼ਿਮੀਂਦਾਰ ਦੇ ਮੁੰਡੇ ਅਤੇ ਮੇਰੇ ਮੁੰਡੇ ਸਮੇਤ ਕੁਝ ਹੋਰ ਨੌਜਵਾਨਾਂ ਨੂੰ ਪੁਲਿਸ ਆਪਣੇ ਨਾਲ ਲੈ ਗਈ। ਸਾਰੇ ਪਿੰਡ ਵਾਲੇ ਘਬਰਾਏ ਹੋਏ ਸਨ। ਬੜੀ ਭੱਜ ਨੱਠ ਹੋਈ ਅਤੇ 15-20 ਦਿਨਾਂ ਬਾਅਦ ਮੇਰੇ ਮੁੰਡੇ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਛੱਡ ਦਿੱਤਾ। ਉਹਨਾਂ ਸਾਰਿਆਂ ਦੀ ਬਹੁਤ ਕੁੱਟਮਾਰ ਹੋਈ ਸੀ। ਉਹਨਾਂ ਤੋਂ ਤੁਰਿਆ ਵੀ ਨਹੀਂ ਜਾਂਦਾ ਸੀ। ਬੀਬੀ ਨੇ ਕਿਹਾ, ਅਸੀਂ ਦੋਵਾਂ ਨੇ ਅਤੇ ਪਿੰਡ ਵਾਲਿਆਂ ਨੇ ਪੁਲਿਸ ਕੋਲ ਬਹੁਤ ਫਰਿਆਦਾਂ ਮਿੰਨਤਾਂ ਕੀਤੀਆਂ, ਪਰ ਸਾਡੀ ਕਿਸੇ ਨੇ ਨਹੀਂ ਸੁਣੀ। ਜਿਹੜੇ ਮੁੰਡੇ ਛੁੱਟ ਕੇ ਆਏ ਸਨ, ਉਹਨਾਂ ਦੇ ਦੱਸਣ ਮੁਤਾਬਕ ਉਸ ਦਿਨ ਤੱਕ ਤਾਂ ਉਹ ਉੱਥੇ ਹੀ ਸੀ। ਸਭ ਤੋਂ ਵੱਧ ਤਸ਼ੱਦਦ ਉਸ ਉੱਤੇ ਹੀ ਹੋਇਆ ਸੀ, ਕਿਉਂਕਿ ਉਹ ਪੁਲਿਸ ਵਾਲਿਆਂ ਅੱਗੇ ਝੁਕਦਾ ਨਹੀਂ ਸੀ। ਉਸ ਵਕਤ ਮੌਕੇ ਦੇ ਇੰਸਪੈਕਟਰ ਸੰਤ ਕੁਮਾਰ ਨਾਲ ਉਹਦੀ ਠਣ ਗਈ ਸੀ। ਉਹਨੇ ਉਹਦੇ ਉੱਤੇ ਬਹੁਤ ਤਸ਼ੱਦਦ ਕੀਤਾ, ਪਰ ਉਹਨੇ ਮੁਆਫੀ ਨਹੀਂ ਮੰਗੀ, ਸਗੋਂ ਡਟਿਆ ਰਿਹਾ। ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਪਤਾ ਉਹਦੇ ਨਾਲ ਕੀ ਬਣਿਆ। ਇੱਕ ਵਾਰ ਇਲਾਕੇ ਦੇ ਮੋਹਤਬਰ ਬੰਦਿਆਂ ਨੂੰ ਲੈ ਕੇ ਉਹ ਸੰਤ ਕੁਮਾਰ ਅੱਗੇ ਪੇਸ਼ ਹੋਏ ਸਨ। ਉਹਦਾ ਰਵੱਈਆ ਬੜਾ ਭੱਦਾ ਅਤੇ ਜ਼ਾਲਮਾਨਾ ਸੀ। ਇਹਨਾਂ ਦੋਵਾਂ ਜੀਆਂ ਨੇ ਹੱਥ ਜੋੜ ਕੇ ਕਿਹਾ ਕਿ ਸਾਡਾ ਮੁੰਡਾ ਦੇ ਦਿਓ। ਸੰਤ ਕੁਮਾਰ ਕੁਰਸੀ ਉੱਤੇ ਬੈਠਾ ਸੀ। ਉਹ ਹੱਸ ਕੇ ਕਹਿਣ ਲੱਗਾ, ਮੈਂ ਕਿੱਥੋਂ ਦਿਆਂ ਤੁਹਾਡਾ ਮੁੰਡਾ? ਤੁਸੀਂ ਉਸ ਨੂੰ ਲੱਭ ਲਓ। ਹੋਰ ਵੀ ਤਾਂ ਇੰਨੇ ਲੱਭਦੇ ਫਿਰਦੇ ਐ, ਸ਼ਾਇਦ ਤੁਹਾਨੂੰ ਲੱਭ ਹੀ ਜਾਵੇ। ਮੇਰੇ ਕੋਲ ਨਹੀਂ ਹੈ। ਜਾਓ ਤੇ ਘਰ ਬੈਠੋ ਚੁੱਪ ਕਰਕੇ। ਸਮਾਂ ਬੜਾ ਭਾਰੀ ਹੈ, ਕੋਈ ਵੀ ਗੁੰਮ ਹੋ ਸਕਦਾ ਹੈ। ਪੁੱਤਰ ਦੇ ਨਾਲ ਹੀ ਉਹਨਾਂ ਦਾ ਸਾਰਾ ਸੰਸਾਰ ਤਣਿਆ ਹੋਇਆ ਸੀ। ਉਹਦੇ ਜਾਣ ਤੋਂ ਬਾਅਦ ਜਿਵੇਂ ਇਸ ਜੋੜੇ ਦਾ ਸਾਰਾ ਜੀਵਨ ਹੀ ਚਲਾ ਗਿਆ। ਉਹਨਾਂ ਨੇ ਆਪਣੇ ਵੇਤੋਂ ਅਨੁਸਾਰ ਉਸ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਰੱਖੀ, ਪਰ ਕੁਝ ਵੀ ਉਹਨਾਂ ਦੇ ਵੱਸ ਵਿੱਚ ਨਹੀਂ ਸੀ। ਪੁੱਤ ਨੂੰ ਉਡੀਕਦਿਆਂ ਬਾਪ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਮਾਂ ਦੀਆਂ ਅੱਖਾਂ ਅੰਦਰ ਨੂੰ ਧੱਸ ਗਈਆਂ ਅਤੇ ਆਲੇ ਦੁਆਲਿਓਂ ਕਾਲੀਆਂ ਹੋ ਗਈਆਂ। ਉਸ ਨੂੰ ਹੁਣ ਬਹੁਤੀ ਦੂਰ ਨਹੀਂ ਦਿਖਦਾ ਸੀ। ਪੰਜਾਬ ਵਿੱਚ ਇਹੋ ਜਿਹੀ ਦਰਦ ਅਤੇ ਉਡੀਕ ਦੀ ਕਹਾਣੀ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਹੈ। ਮਾਵਾਂ ਉਡੀਕਦੀਆਂ ਮਰ ਰਹੀਆਂ ਹਨ, ਪਰ ਪੁੱਤ ਨਹੀਂ ਆਏ। ਉਸ ਮਾਤਾ ਨੇ ਦੱਸਿਆ, ਬੁੜੇ ਨੇ ਤਾਂ ਹੌਸਲਾ ਛੱਡ ਦਿੱਤਾ ਹੈ। ਮੈਨੂੰ ਯਕੀਨ ਹੈ ਕਿ ਉਹ ਜ਼ਰੂਰ ਆਵੇਗਾ। ਉਹ ਕਿਤੇ ਨਾ ਕਿਤੇ ਤਾਂ ਜ਼ਰੂਰ ਹੋਵੇਗਾ। ਉਹ ਆਪਣੇ ਘਰ ਵਾਲੇ ਨੂੰ ਬੁੜਾ ਹੀ ਕਹਿੰਦੀ ਸੀ। ਉਹਦਾ ਰੱਬ ਵਿੱਚ ਅਤੇ ਗੁਰੂ ਵਿੱਚ ਵਿਸ਼ਵਾਸ ਕਦੀ ਨਹੀਂ ਘਟਿਆ। ਹੁਣ ਉਸ ਨੂੰ ਸਾਡੇ ਵਿੱਚ ਆਪਣਾ ਪੁੱਤ ਦਿਸਦਾ ਸੀ ਤੇ ਉਹ ਮੈਨੂੰ ਆਪਣੇ ਪੁੱਤ ਵਾਂਗ ਹੀ ਮਿਲਦੀ ਸੀ। ਘੁੱਟ ਕੇ ਕਲਾਵੇ ਵਿੱਚ ਲੈ ਕੇ ਮੈਨੂੰ ਉਹਦੀ ਛੋਹ ਵਿੱਚ ਮਮਤਾ ਦਾ ਸਮੁੱਚਾ ਮੋਹ ਅਤੇ ਨਿੱਘ ਮਹਿਸੂਸ ਹੁੰਦਾ ਸੀ। ਉਹ ਹੁਣ ਸਾਰੇ ਗੁੰਮ ਹੋਏ ਜਾਂ ਅਲੋਪ ਹੋਏ ਪੁੱਤਰਾਂ ਦੀ ਮਾਂ ਬਣ ਗਈ ਸੀ। ਉਹ ਕੋਈ 1.5 ਸਾਲ ਮੇਰੀਆਂ ਤਰੀਕਾਂ ਉੱਤੇ ਆਉਂਦੀ ਰਹੀ ਅਤੇ ਮੇਰੇ ਨਾਲ ਗੱਲਾਂ ਕਰਦੀ ਰਹੀ। ਬਹੁਤ ਪਿਆਰ ਅਤੇ ਅਸੀਸਾਂ ਨਿਸ਼ਾਵਰ ਕਰਦੀ। ਉਹ ਮੁਸ਼ਕਲ ਨਾਲ ਹੀ ਗੁਜ਼ਾਰਾ ਕਰਦੀ ਸੀ। ਮੈਂ ਕਿਸੇ ਸਿੰਘ ਨੂੰ ਕਹਿ ਕੇ ਪ੍ਰਬੰਧ ਕੀਤਾ ਕਿ ਉਹਨਾਂ ਨੂੰ ਮਹੀਨਾਵਾਰ 4-5 ਹਜ਼ਾਰ ਰੁਪਏ ਦਿੱਤੇ ਜਾਣ, ਪਰ ਪਹਿਲੀ ਵਾਰ ਪੈਸੇ ਮਿਲਣ 'ਤੇ ਹੀ ਉਹ ਅੱਧੇ ਪੈਸੇ ਵਾਪਸ ਕਰ ਗਏ ਕਿ ਸਾਡੀ ਇੰਨੀ ਜ਼ਰੂਰਤ ਨਹੀਂ ਹੈ। ਸਾਰੀ ਉਮਰ ਮਿਹਨਤ ਅਤੇ ਇਮਾਨਦਾਰੀ ਨਾਲ ਢਿੱਡ ਭਰਿਆ ਹੈ। ਹੁਣ ਜਾਂਦੇ ਵਕਤ ਇਹ ਪੈਸਾ ਹਜ਼ਮ ਨਹੀਂ ਹੋਵੇਗਾ ਤੇ ਸਾਨੂੰ ਤਕਲੀਫ ਹੋਵੇਗੀ। ਉਸ ਨੇ 1000-1500 ਤੋਂ ਵੱਧ ਪੈਸੇ ਕਦੇ ਵੀ ਨਹੀਂ ਲਏ। ਅਸੀਂ ਉਸ ਨੂੰ ਕੱਪੜੇ ਅਤੇ ਚੱਪਲਾਂ ਵਗੈਰਾ ਦਿੰਦੇ ਤਾਂ ਲੈ ਲੈਂਦੀ। ਸਭ ਤੋਂ ਪਹਿਲੀ ਵਾਰ ਪੈਸੇ ਉਹਨੇ ਆਪ ਮੰਗ ਕੇ ਲਏ ਸਨ ਕਿ ਉਹਨੇ ਹਜ਼ੂਰ ਸਾਹਿਬ ਦੀ ਯਾਤਰਾ ਕਰਨੀ ਹੈ, ਜਿੱਥੇ ਉਹਦਾ ਪੁੱਤਰ ਹਰ ਸਾਲ ਜਾਂਦਾ ਸੀ। ਮੈਂ ਉਹਨੂੰ 2000 ਰੁਪਏ ਦਿੱਤੇ। ਉਹ ਪਿੰਡ ਦੀ ਸੰਗਤ ਨਾਲ ਉੱਥੇ ਗਈ, ਬਹੁਤ ਖੁਸ਼ ਹੋਈ। ਉੱਥੋਂ ਮੇਰੇ ਲਈ ਇੱਕ ਡੋਲੂ ਲੈ ਕੇ ਆਈ, ਜੋ ਹਾਲੇ ਵੀ ਮੇਰੇ ਕੋਲ ਸਾਂਭਿਆ ਪਿਆ ਹੈ। ਸਾਡੀ ਬੰਦ ਖਲਾਸੀ ਦੀ ਅਰਦਾਸ ਵੀ ਕਰਕੇ ਆਈ ਸੀ। ਉੱਥੋਂ ਆ ਕੇ ਹੀ ਉਸਨੇ ਕਿਹਾ ਸੀ, ਮੈਨੂੰ ਗੋਦਾਵਰੀ ਦੇ ਕੰਢੇ ਇੰਜ ਲੱਗਿਆ ਕਿ ਤੁਸੀਂ ਸਾਰੇ ਸਿੰਘ ਅਤੇ ਮੇਰਾ ਪੁੱਤ ਗੁਰੂ ਗੋਬਿੰਦ ਸਿੰਘ ਦੀ ਫੌਜ ਦਾ ਹਿੱਸਾ ਹੀ ਹੋ। ਮੇਰੇ ਮਨ ਨੂੰ ਇਹ ਮਹਿਸੂਸ ਕਰਕੇ ਧਰਵਾਸ ਮਿਲਿਆ ਕਿ ਮੇਰਾ ਪੁੱਤ ਗੁਰੂ ਦੀ ਸੇਵਾ ਵਿੱਚ ਹੈ। ਇਲਾਕੇ ਦੇ ਇੱਕ ਵਕੀਲ ਅਤੇ ਕੁਝ ਨੌਜਵਾਨਾਂ ਨੇ ਉਹਦੇ ਪੁੱਤ ਦਾ ਮੁਕੱਦਮਾ ਚੰਡੀਗੜ੍ਹ ਹਾਈ ਕੋਰਟ ਵਿੱਚ ਵੀ ਲਾਇਆ ਸੀ। ਉਹ ਦੋਵੇਂ ਜੀ ਚੰਡੀਗੜ੍ਹ ਗਏ ਵੀ, ਜਿੱਥੇ ਉਹਨਾਂ ਨੇ ਆਪਣੇ ਅੰਗੂਠੇ ਲਾਏ। ਉਸ ਤੋਂ ਬਾਅਦ ਚੰਡੀਗੜ੍ਹ ਤੋਂ ਕਈ ਵਾਰ ਚਿੱਠੀ ਆਈ, ਪਰ ਗੱਲ ਅੱਗੇ ਨਾ ਤੁਰੀ। ਅਸੀਂ ਉਸ ਤੋਂ
ਇਹ ਮੁਕੱਦਮੇ ਬਾਰੇ ਪੁੱਛਿਆ, ਪਰ ਉਹਦੇ ਕੋਲ ਉਦੋਂ ਕੋਈ ਕਾਗਜ਼ ਨਹੀਂ ਸੀ। ਇਹ ਦੋਵੇਂ ਜੀ ਦਰਬਾਰ ਸਾਹਿਬ ਵੀ ਗਏ, ਉੱਥੇ ਆਪਣੇ ਪੁੱਤਰ ਲਈ ਅਰਦਾਸ ਕੀਤੀ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਮਿਲੇ। ਉਹ ਵੀ ਬੜੀ ਚੰਗੀ ਤਰ੍ਹਾਂ ਇਹਨਾਂ ਨੂੰ ਮਿਲੇ, ਇਹਨਾਂ ਦਾ ਪਤਾ ਲਿਆ, ਪਰ ਉਸ ਤੋਂ ਬਾਅਦ ਉੱਥੋਂ ਵੀ ਕੋਈ ਖਬਰ ਨਹੀਂ ਆਈ। ਜਦੋਂ 1997 'ਚ ਬਾਦਲ ਦੀ ਸਰਕਾਰ ਬਣੀ, ਬਾਦਲ ਜਗਰਾਓਂ ਇਲਾਕੇ ਵਿੱਚ ਸੰਗਤ ਦਰਸ਼ਨ ਕਰਨ ਆਇਆ ਤਾਂ ਮਾਤਾ ਨੇ ਉੱਥੇ ਜਾ ਕੇ ਆਪਣੀ ਵਿਥਿਆ ਸੁਣਾਈ ਅਤੇ ਫਰਿਆਦ ਕੀਤੀ। ਉੱਥੇ ਇਹਦੀ ਗੱਲ ਸੁਣੀ ਗਈ, ਲਿਖੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਅਸੀਂ ਕੁਝ ਕਰਾਂਗੇ, ਪਰ ਮੁੜ ਉੱਥੋਂ ਵੀ ਕੋਈ ਖਬਰ ਨਹੀਂ ਆਈ। ਮਾਤਾ ਸਾਡੇ ਲਈ ਕੁਝ ਨਾ ਕੁਝ ਲੈ ਆਉਂਦੀ ਸੀ, ਕਦੇ ਸੇਬ, ਕੇਲੇ ਜਾਂ ਬਿਸਕੁਟ ਆਦਿ। ਸਾਡੇ ਲਈ ਘਰ ਵਾਲੇ ਤੇ ਹੋਰ ਮਿੱਤਰ ਸੰਬੰਧੀ ਬਹੁਤ ਤਰ੍ਹਾਂ ਦਾ ਸਮਾਨ ਲਿਆਇਆ ਕਰਦੇ ਸਨ। ਫਿਰ ਵੀ ਉਹ ਕਈ ਵਾਰ ਸਾਡੇ ਲਈ ਇੱਕ ਡੱਬੀ ਬਿਸਕੁਟ ਲੈ ਕੇ ਆਉਂਦੀ। ਇੱਕ ਵਾਰ ਉਹਨੇ ਆਪਣੀ ਕਮਾਈ ਵਿੱਚੋਂ 100 ਰੁਪਏ ਵੀ ਮੈਨੂੰ ਦਿੱਤੇ। ਮੈਨੂੰ ਉਸ ਵੱਲੋਂ ਦਿੱਤੀ ਕੋਈ ਵੀ ਚੀਜ਼ ਬਹੁਤ ਕੀਮਤੀ ਲੱਗਦੀ ਸੀ। ਉਸ ਵੱਲੋਂ ਦਿੱਤੀ ਪਿੰਡ ਦੀ ਹੱਟੀ ਤੋਂ ਲਈ ਬਿਸਕੁਟ ਦੀ ਡੱਬੀ ਸ਼ਾਮ ਨੂੰ ਅਸੀਂ ਸਾਰੇ ਸਿੰਘ ਚਾਹ ਨਾਲ ਵੰਡ ਕੇ ਪ੍ਰਸ਼ਾਦ ਵਾਂਗ ਛਕਦੇ ਸਾਂ। ਇਹ ਉਹਦੇ ਸਿਦਕ ਤੇ ਸੱਚੀ ਮਿਹਨਤ ਦਾ ਅਸਰ ਸੀ ਕਿ ਉਹ ਮਾਤਾ ਅਤੇ ਉਹਦੇ ਪੁੱਤਰ ਦੀ ਯਾਦ ਸਭ ਉੱਤੇ ਭਾਰੂ ਹੋ ਜਾਂਦੀ ਸੀ। ਮੈਂ ਇੱਕ ਵਾਰ ਕਚਹਿਰੀ ਦੇ ਬਾਹਰ ਖੜਿਆਂ ਸੰਤ ਕੁਮਾਰ ਬਾਰੇ ਕੋਈ ਗੱਲ ਕੀਤੀ ਤਾਂ ਨਾਲ ਬੈਠੇ ਇੱਕ ਸਿੰਘ ਨੇ ਕਿਹਾ, ਉਹ ਦੁਸ਼ਟ ਬਚਣਾ ਨਹੀਂ ਸੀ ਚਾਹੀਦਾ। ਮਾਤਾ ਨੇ ਕਿਹਾ, ਉਹ ਵਹਿਸ਼ੀ ਜਾਨਵਰ ਸੀ, ਪਰ ਆਪਾਂ ਕਿਸੇ ਨੂੰ ਕਿਉਂ ਮਾਰੀਏ ਜਾਂ ਮੰਦਾ ਬੋਲੀਏ, ਗੁਰੂ ਉਸ ਤੋਂ ਲੇਖਾ ਲਵੇਗਾ। ਉਸ ਨੂੰ ਕਿਸੇ ਪ੍ਰਤੀ ਵੀ ਨਫ਼ਰਤ ਜਾਂ ਰੋਸ ਨਹੀਂ ਸੀ, ਉਹ ਤਾਂ ਬਸ ਸਾਰਿਆਂ ਨੂੰ ਸੁਖੀ ਵੇਖਣਾ ਚਾਹੁੰਦੀ ਸੀ। ਉਹਦੀ ਤਾਂ ਇਹੋ ਚਾਹਨਾ ਸੀ ਕਿ ਸਾਰੀਆਂ ਮਾਵਾਂ ਦੇ ਪੁੱਤ ਉਹਨਾਂ ਨੂੰ ਮਿਲ ਜਾਣ। ਉਹਨੂੰ ਕਿਸੇ ਸਰਕਾਰ, ਪਾਰਟੀ ਜਾਂ ਬੰਦੇ ਨਾਲ ਵੈਰ ਨਹੀਂ ਸੀ। ਇੱਕ ਵਾਰ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇੰਨੇ ਸਾਲ ਬੀਤ ਜਾਣ ਮਗਰੋਂ ਕਿਸੇ ਦੇ ਘਰ ਵਾਪਸ ਆਉਣ ਦੀ ਸੰਭਾਵਨਾ ਨਹੀਂ ਹੈ। ਜੇ ਕਿਤੇ ਉਹ ਹੁੰਦਾ ਤਾਂ ਆਪਾਂ ਨੂੰ ਸੰਪਰਕ ਜ਼ਰੂਰ ਕਰਦਾ। ਜੇ ਉਹਨੇ ਹਾਲੇ ਤੱਕ ਸੰਪਰਕ ਵੀ ਨਹੀਂ ਕੀਤਾ ਅਤੇ ਕਿਤੇ ਫੜਿਆ ਹੋਇਆ ਵੀ ਨਹੀਂ ਹੈ ਤਾਂ ਇਹਦਾ ਇਹੋ ਹੀ ਮਤਲਬ ਹੈ ਕਿ ਉਹ ਪੂਰਾ ਹੋ ਚੁੱਕਾ ਹੈ। ਆਪਾਂ ਨੂੰ ਉਹਦੀ ਸ਼ਹਾਦਤ ਨੂੰ ਤਸਲੀਮ ਕਰਨਾ ਚਾਹੀਦਾ ਹੈ। ਉਹਦੇ ਨਿਮਿਤ ਪਾਠ ਕਰਕੇ ਅਰਦਾਸ ਕਰਨੀ ਚਾਹੀਦੀ ਹੈ। ਉਹ ਕੁਝ ਸਮਾਂ ਚੁੱਪ ਰਹੀ, ਕਿਤੇ ਦੂਰ ਦੇਖਣ ਲੱਗ ਪਈ। ਫਿਰ ਬਹੁਤ ਸ਼ਿੱਦਤ ਵਿੱਚ ਚਿਹਰਾ ਭੱਖ ਗਿਆ ਅਤੇ ਅੱਥਰੂ ਵਹਿ ਤੁਰੇ। ਉਹਨੇ ਇੰਨਾ ਹੀ ਕਿਹਾ, ਮੈਂ ਇੰਜ ਨਹੀਂ ਕਰ ਸਕਦੀ। ਮੇਰੀਆਂ ਅੱਖਾਂ ਤਾਂ ਆਖਰੀ ਦਮ ਤੱਕ ਉਹਨੂੰ ਉਡੀਕਣਗੀਆਂ। ਮੇਰੇ ਤੋਂ ਬਾਅਦ ਇਹ ਕੰਮ ਤੁਸੀਂ ਕਰ ਲੈਣਾ। ਮੇਰੀ ਇੱਕ ਇਹ ਵੀ ਇੱਛਾ ਹੈ ਕਿ ਮੇਰੇ ਸੰਸਕਾਰ ਉੱਤੇ ਤੂੰ ਜ਼ਰੂਰ ਆਈ। ਫਿਰ ਕਾਫੀ ਸਮਾਂ ਮਾਤਾ ਨਹੀਂ ਆਈ ਅਤੇ ਉਹਦੀ ਕੋਈ ਖਬਰ ਨਾ ਆਈ। ਕਿਸੇ ਸਿੰਘ ਰਾਹੀਂ ਉਹਦੇ ਪਿੰਡ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਇੱਕ ਰਾਤ ਸੁੱਤੀ ਪਈ ਪੂਰੀ ਹੋ ਗਈ ਅਤੇ ਕੁਝ ਹਫ਼ਤਿਆਂ ਬਾਅਦ ਉਹਦਾ ਪਤੀ ਵੀ ਕੂਚ ਕਰ ਗਿਆ। ਉਹਨਾਂ ਦੇ ਰਿਸ਼ਤੇਦਾਰਾਂ ਨੇ ਛੋਟੇ ਜਿਹੇ ਘਰ ਨੂੰ ਸਾਂਭ ਲਿਆ ਹੈ। ਲੰਬੀਆਂ ਉਡੀਕਾਂ ਆਖਰ ਮੁੱਕ ਗਈਆਂ। ਮਾਵਾਂ ਨੂੰ ਪੁੱਤਰ ਨਹੀਂ ਲੱਭ ਸਕੇ, ਪਰ ਇਹ ਮਾਂ ਨੂੰ ਯਕੀਨ ਸੀ ਕਿ ਉਹਦਾ ਪੁੱਤਰ ਗੁਰੂ ਦੀ ਟਹਿਲ ਵਿੱਚ ਹੈ। ਅਫਸੋਸ ਹੈ ਕਿ ਮੈਂ ਉਹਦੀ ਚਿਖਾ ਨੂੰ ਅੱਗ ਦੇਣ ਦੀ ਆਖਰੀ ਇੱਛਾ ਪੂਰੀ ਨਹੀਂ ਕਰ ਸਕਿਆ। ਉਹ ਸਾਡੀ ਸਾਂਝੀ ਮਾਂ ਸੀ। ਉਸ ਦਾ ਅੱਡ ਦਿਸਦਾ ਦੇਹ ਰੂਪ ਭਾਵੇਂ ਮੁੱਕ ਗਿਆ, ਪਰ ਉਹਦੀ ਸਾਂਝੀ ਉਡੀਕ ਹਾਲੇ ਵੀ ਹੋਰਾਂ ਮਾਵਾਂ ਦੇ ਰੂਪ ਵਿੱਚ ਸੰਘਰਸ਼ ਦੌਰਾਨ ਗੁੰਮ ਗਏ ਪੁੱਤਰਾਂ ਨੂੰ ਭਾਲ ਰਹੀ ਹੈ। ਸਿਰਨਾਵੀਏ ਹੋਣ ਦੀ ਸਜ਼ਾ। ਪੰਜਾਬ ਵਿੱਚ ਉਸ ਵੇਲੇ ਬਹੁਤ ਸਾਰੇ ਪੁਲਿਸ ਅਫਸਰ ਜ਼ੁਲਮ ਲਈ ਮਸ਼ਹੂਰ ਹੋ ਰਹੇ ਸਨ। ਇਹ ਵਾਕਿਆ ਗੁਰਦਾਸਪੁਰ ਜ਼ਿਲ੍ਹੇ ਦਾ ਹੈ। ਉਹਨਾਂ ਦਿਨਾਂ ਵਿੱਚ ਉੱਥੇ ਗੋਬਿੰਦ ਰਾਮ SSP ਦਾ ਰਾਜ ਚੱਲਦਾ ਸੀ, ਜਿਹੜਾ ਕਹਿੰਦਾ ਹੁੰਦਾ ਸੀ ਕਿ ਸਿੱਖ ਹੁਣ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਣਗੇ ਅਤੇ ਗੋਬਿੰਦ ਰਾਮ ਨੂੰ ਯਾਦ ਕਰਿਆ ਕਰਨਗੇ। ਬਟਾਲੇ ਕੋਲ ਇੱਕ ਮਾਂ ਅਤੇ ਉਸ ਦਾ ਜਵਾਨ ਪੁੱਤਰ ਬੱਸ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਹੇ ਸਨ। ਉਹ ਨੌਜਵਾਨ ਪੂਰੇ ਖਾਲਸਾਈ ਪਹਿਰਾਵੇ ਵਿੱਚ ਦੀ, ਜਿਵੇਂ ਉਸ ਵਕਤ ਜਵਾਨੀ ਨੇ ਆਪਣੇ ਅਸਲ ਰੂਪ ਵੱਲ ਮੋੜਾ ਕੱਟਿਆ ਸੀ। ਉਹ ਆਪਣੀਆਂ ਜੜ੍ਹਾਂ ਵੱਲ ਪਰਤ ਕੇ ਅਜੀਬ ਕਿਸਮ ਦਾ ਸੁੱਖ ਅਤੇ ਮਾਣ ਮਹਿਸੂਸ ਕਰ ਰਹੀ ਸੀ। ਪਿੰਡ ਤੋਂ ਕੁਝ ਵਿੱਥ ਦੀ ਦੂਰੀ ਉੱਤੇ BSF ਅਤੇ ਪੁਲਿਸ ਦਾ ਸਾਂਝਾ ਨਾਕਾ ਲੱਗਿਆ ਹੋਇਆ ਸੀ। ਉਹ ਸਾਰਿਆਂ ਦੀ ਤਲਾਸ਼ੀ ਲੈ ਰਹੇ ਸਨ ਅਤੇ ਪੁੱਛਗਿੱਛ ਵੀ ਕਰ ਰਹੇ ਸਨ। ਪੁਲਿਸ ਨੇ ਵੀ ਉਸ ਵੇਲੇ ਆਪਣੇ ਵੱਡੇ ਅਧਿਕਾਰੀਆਂ ਵੱਲ ਵੇਖ ਕੇ ਵਧੇਰੇ ਰੁੱਖਾ ਅਤੇ ਹੰਕਾਰੀ ਵਤੀਰਾ ਧਾਰਨ ਕਰ ਲਿਆ ਸੀ। ਜਿਸ ਪਿੰਡ ਦਾ ਇਹ ਨੌਜਵਾਨ ਸੀ, ਉਸ ਪਿੰਡ ਵਿੱਚ ਇਸੇ ਨਾਮ ਦਾ ਇੱਕ ਹੋਰ ਨੌਜਵਾਨ ਸਿੰਘ ਸੀ ਜੋ ਖਾੜਕੂ ਸਿੰਘਾਂ ਵਿੱਚ ਰਲ ਗਿਆ ਸੀ ਅਤੇ ਉਹ ਗੋਬਿੰਦ ਰਾਮ ਨੂੰ ਬਹੁਤ ਲੋੜੀਂਦਾ ਸੀ। ਜਦੋਂ ਇਸ ਨੌਜਵਾਨ ਨੂੰ ਬੱਸ ਵਿੱਚੋਂ ਉਤਾਰ ਕੇ ਉਹਦਾ ਨਾਂ ਅਤੇ ਪਿੰਡ ਪੁੱਛਿਆ ਗਿਆ,
ਜੋ ਕਿ ਉਸ ਖਾੜਕੂ ਸਿੰਘ ਨਾਲ ਰਲਦਾ ਹੀ ਸੀ, ਤਾਂ ਭੂਤਰੀ ਹੋਈ ਪੁਲਿਸ ਨੇ ਉਸ ਨੌਜਵਾਨ ਨੂੰ ਭਗੌੜਾ ਸਮਝ ਕੇ ਬਿਨਾਂ ਕੁਝ ਹੋਰ ਪੁੱਛ ਪੜਤਾਲ ਦੇ ਝੱਟ ਹੀ ਗੋਲੀ ਮਾਰ ਦਿੱਤੀ। ਜਦੋਂ ਤੱਕ ਉਸ ਨੌਜਵਾਨ ਦੀ ਮਾਂ ਬੱਸ ਵਿੱਚੋਂ ਉਤਰ ਕੇ ਕੁਝ ਕਹਿੰਦੀ, ਉਸ ਤੋਂ ਪਹਿਲਾਂ ਹੀ ਉਸ ਦਾ ਜੀਵਨ ਆਸਰਾ ਨੌਜਵਾਨ ਗੋਲੀ ਵੱਜਣ ਨਾਲ ਠੰਡਾ ਹੋ ਚੁੱਕਾ ਸੀ। ਕੁਝ ਮਿੰਟਾਂ ਵਿੱਚ ਹੀ ਪੁਲਿਸ ਨੂੰ ਆਪਣੀ ਗਲਤੀ ਦਾ ਪਤਾ ਲੱਗਿਆ, ਪਰ ਉਹ ਆਪਣੀ ਗਲਤੀ ਮੰਨਣ ਦੀ ਥਾਂ ਨੌਜਵਾਨ ਦੀ ਲਾਸ਼ ਨੂੰ ਚੁੱਕ ਕੇ ਥਾਣੇ ਲੈ ਗਏ। ਉਸੇ ਦਿਨ ਹੀ ਕਿਸੇ ਹੋਰ ਥਾਂ ਉੱਤੇ ਉਸ ਦਾ ਅਣਪਛਾਤੇ ਖਾੜਕੂ ਵਜੋਂ ਮੁਕਾਬਲਾ ਵਿਖਾ ਦਿੱਤਾ। ਉਹਨਾਂ ਸਮਿਆਂ ਵਿੱਚ ਹਕੂਮਤੀ ਸੰਦ ਬਣੀ ਪੁਲਿਸ ਲਈ ਸਿੱਖ ਜਵਾਨੀ ਦੀ ਇਹੋ ਹੀ ਕੀਮਤ ਸੀ। ਇਹੋ ਜਿਹੀਆਂ ਅਨੇਕਾਂ ਹੋਰ ਘਟਨਾਵਾਂ ਹੋਣਗੀਆਂ ਜਿੱਥੇ ਗਲਤ ਨਾਂ, ਗਲਤ ਪਤੇ ਅਤੇ ਜਾਣਕਾਰੀ ਕਰਕੇ ਮਾਸੂਮ ਅਤੇ ਨਿਰਦੋਸ਼ ਲੋਕਾਂ ਨੂੰ ਜਲਾਲਤ ਸਹਿਣੀ ਪਈ, ਤਸ਼ੱਦਦ ਵੀ ਹੋਇਆ ਅਤੇ ਆਪਣੀਆਂ ਜਾਨਾਂ ਵੀ ਗਵਾਈਆਂ। ਮੈਨੂੰ 2 ਅਜਿਹੇ ਸਿੰਘ ਮਿਲੇ ਹਨ, ਇੱਕ ਪੰਜਾਬ ਵਿੱਚ ਰਹਿਣ ਵਾਲਾ, ਇੱਕ ਅਮਰੀਕਾ ਵਿੱਚ ਰਹਿਣ ਵਾਲਾ ਸੀ। ਮੇਰੇ ਵਰਗਾ ਦਲਜੀਤ ਸਿੰਘ ਨਾ ਹੋਣ ਕਰਕੇ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿੰਨਾ ਚਿਰ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ। ਵੀਜ਼ਾ ਮਿਲਣ ਮਗਰੋਂ ਵੀ ਉਹਨਾਂ ਨੂੰ ਹਵਾਈ ਅੱਡੇ ਉੱਤੇ ਹਰ ਵਾਰ ਖੁਆਰ ਹੋਣਾ ਪਿਆ। ਅਜਿਹੇ ਹੋਰ ਵੀ ਨਾਵਾਂ ਵਾਲੇ ਲੋਕ ਹੋਣਗੇ ਜਿਨ੍ਹਾਂ ਨੂੰ ਸੰਘਰਸ਼ ਨਾਲ ਸੰਬੰਧਿਤ ਸਿੰਘਾਂ ਦੇ ਨਾਵਾਂ ਨਾਲ ਰਲਦੇ ਹੋਣ ਕਰਕੇ ਹੀ ਤਕਲੀਫਾਂ ਝੱਲਣੀਆਂ ਪਈਆਂ ਹੋਣਗੀਆਂ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 21ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।